बिस्मिल्लाहिर्रहमानिर्रहीम अस्सलाम वालेकुम। कैसे हैं आप सब? उम्मीद है सब हरीयत नाल होवोगे। अज जी असी बड़ी मज़ेदार ज़बरदस्त टिक्का बिरयानी बना के तुहानूं खवावांगे। यही सेम प्रोसीजर तुसी मटन नाल, चिकन नाल या बीफ जीरे नाल भी करना चाहो। तुसी टिक्का बिरयानी खानी होए, हर एक दा अपना अपना स्वाद है, तो स्वाद बहुत ज़्यादा आएगा। सब तो पहले असी ले लिया जी 1 किलो चिकन, और असां पाया 2 टेबल स्पून लैमन जूस, सब्ज़ मिर्चां कुट के पा दित्तियां ने। ਇਹ ਤੁਹਾਡੀ ਆਪਣੀ ਮਰਜ਼ੀ, अगर ज़्यादा स्पाइसी करना चाहते हो ਅਸੀਂ 3 ਤੋਂ 4 ਅਦਰਕ ਪਾਈਆਂ ਨੇ। ਲਸਣ ਤੇ ਅਦਰਕ ਦਾ ਪੇਸਟ 4 ਟੇਬਲ ਸਪੂਨ ਪਾ ਦਿੱਤਾ ਵੇ। ਇਹ ਵੀ ਅਗਰ ਤੁਸੀਂ ਜ਼ਿਆਦਾ ਸਪਾਈਸੀ ਤੇ ਮਸਾਲਿਆਂ ਵਾਲੀ ਖਾਣੀ ਹੈ ਤੇ ਇਹਦੀ ਮਿਕਦਾਰ ਵੀ ਤੁਸੀਂ ਘਟਾ ਵਧਾ ਸਕਦੇ ਹੋ ਜੀ। ਬਿਲਕੁਲ ਇਹ ਵੇ ਜੀ ਬਿਰਯਾਨੀ ਮਸਾਲਾ, ਤੇ ਅਸੀਂ ਬਹੁਤ ਜ਼ਿਆਦਾ ਨਹੀਂ ਯੂਜ਼ ਕਰਦੇ। ਤੁਸੀਂ ਵੇਖਿਆ ਹੈ ਕਿ 2 ਟੇਬਲ ਸਪੂਨ ਬਸ ਬਿਰਯਾਨੀ ਮਸਾਲਾ ਹੈ। ਇਹ ਵੇ ਤਿੱਕਾ ਮਸਾਲਾ, ਇਹਨੇ ਜਿਹੜਾ ਫਲੇਵਰ ਦੇਣਾ ਨਾ ਉਹ ਜੀ ਬਿਲਕੁਲ ਐਂ ਲੱਗਣਾ ਤੁਸੀਂ ਟਿੱਕੇ ਹੀ ਖਾ ਰਹੇ ਹੋ ਬਿਰਯਾਨੀ ਦੇ ਵਿੱਚ। ਇਹ ਨਮਕ ਹੋ ਗਿਆ। ਅਤੇ ਹੁਣ ਇਹਨਾਂ ਦਾ ਮੇਨ ਇੰਗਰੀਡੀਐਂਟ ਜੀ ਇਹ ਵੇ ਦਹੀਂ। ਠੀਕ ਹੈ ਜੀ, ਅਤੇ ਤੁਸੀਂ ਦਹੀਂ 1 ਕੱਪ ਜਿਹੜਾ ਨਾ ਉਹਦੇ ਵਿੱਚ ਪਾ ਦੇਣਾ, ਅਤੇ ਇਹਨੂੰ ਮੈਰੀਨੇਟ ਕਰਕੇ ਨਾ ਅਤੇ ਫਰਿੱਜ ਵਿੱਚ ਰੱਖ ਦੇਣਾ ਚੰਗੀ ਤਰ੍ਹਾਂ। ਠੀਕ ਹੈ ਜੀ, ਅਤੇ ਉਹ ਤੁਹਾਨੂੰ ਇਹ ਹੋਇਆ ਸੀ ਕਿ ਜਾਗ ਰੱਖੀ ਕੋਲ, ਇਸ ਲਈ ਯਾਦ ਆ ਗਿਆ ਕਿ ਦਹੀਂ ਦੀ ਜਾਗ ਵੀ ਰੱਖਣੀ ਹੈ, ਅਤੇ ਬਸ ਉਹ ਇਸ ਵਾਸਤੇ ਥੋੜ੍ਹਾ ਜਿਹਾ ਸਾਈਡ 'ਤੇ ਕਰਕੇ ਰੱਖ ਦਿੱਤਾ। ਇਹ ਨਾ ਕਹੋ ਕਿ ਅਸੀਂ ਕੰਜੂਸੀ ਕੀਤੀ ਹੈ। ਤੁਸੀਂ ਭਰ ਕੇ ਕੱਪ ਇਹਦੇ 'ਚ ਪਾ ਦੇਣਾ, ਅਤੇ ਕਮ ਅਜ਼ ਕਮ 2 ਘੰਟਿਆਂ ਵਾਸਤੇ ਤੁਸੀਂ ਇਹਨੂੰ ਫਰਿੱਜ 'ਚ ਰੱਖ ਦੇਣਾ। ਇਹ ਜੀ ਸਾਡਾ ਮੈਰੀਨੇਸ਼ਨ ਪੂਰੀ ਹੋ ਗਈ ਹੈ। ਦੂਸਰੀ ਤਰਫ ਸਾਨੂੰ ਲੈਣਾ ਪਾਣੀ ਉਬਾਲ। ਕਾਲੀਆਂ ਮਿਰਚਾਂ ਸਾਬਤ ਪਾ ਦਿਓ। ਇਹ ਜਿਹੜਾ ਜਾਇਫਲ ਜਵਿਤਰੀ ਜਿਹੜੀ ਵੀ ਹੋਈ ਤੁਹਾਡੇ ਘਰ ਉਹ ਪਾ ਦਿਓ। ਠੀਕ ਹੈ, ਜ਼ੀਰਾ ਪਾ ਦਿਓ, ਅਤੇ ਇਹਨੂੰ ਨਮਕ ਪਾ ਦੇਣਾ। ਨਮਕ ਬੇਸ਼ੱਕ ਪਾਣੀ ਉਬਲਣਾ ਸ਼ੁਰੂ ਹੋਏਗਾ ਤਾਂ ਪਾ ਦਿਓ, ਅਤੇ ਇਹਨੂੰ ਢੱਕਣ ਦੇ ਦੇਣਾ। ਅਤੇ ਜਦੋਂ ਪਾਣੀ ਉਬਲੇਗਾ ਤਾਂ ਬਸ ਫਿਰ ਅਸੀਂ ਚਾਵਲ ਪਾਵਾਂਗੇ। ਇਹ ਜੀ ਦੂਸਰੀ ਤਰਫ ਅਸੀਂ ਬਣਾਉਣ ਲੱਗੇ ਹਾਂ। ਆਇਲ 1 ਕੱਪ ਅਸੀਂ ਲੈ ਲਿਆ, ਉਹਦੇ 'ਚ ਅਸੀਂ 2 ਤੋਂ 3 ਜਿਹੜਾ ਨਾ ਜੀ ਪਿਆਜ਼ ਵੱਡੇ ਕੱਟ ਕੇ ਇਸ ਤਰ੍ਹਾਂ ਪਾ ਦੇਣੇ ਨੇ, ਅਤੇ ਨਾਲ ਹੀ ਅਸੀਂ ਟਮਾਟਰ 3 ਤੋਂ 4 ਪਾ ਦਿੱਤੇ ਨੇ। ਇਹਨੂੰ ਹੁਣ ਅਸੀਂ ਚੰਗੀ ਤਰ੍ਹਾਂ ਜ਼ਰਾ ਗਰਮ ਮਤਲਬ ਫੁੱਲ ਆਂਚ ਤੁਸੀਂ ਕਹੋ ਇਹਨੂੰ ਜ਼ਰਾ ਤੁਸੀਂ ਨਾ ਪਕਾਉਣਾ ਵਾ ਇੱਕ ਵਾਰੀ। ਠੀਕ ਹੈ ਜੀ, ਫਰਾਈ ਕਰ ਲੈਣਾ ਜਿਹਨੂੰ ਕਹਿੰਦੇ ਨੇ। ਜਦੋਂ ਇਹ ਫਰਾਈ ਹੋ ਜਾਏਗਾ ਥੋੜ੍ਹਾ ਜਿਹਾ, ਅਤੇ ਬਸ ਤੁਸੀਂ ਜਿਹੜਾ ਤੁਹਾਡਾ ਚਿਕਨ ਨੂੰ ਮਸਾਲਾ ਲਾ ਕੇ ਰੱਖਿਆ ਸੀ ਨਾ, ਇਹਨੂੰ ਵੇਖੋ 2 ਘੰਟੇ ਹੋ ਗਏ ਨੇ, ਤੁਹਾਨੂੰ ਉਹਦੀ ਸ਼ਕਲ 'ਤੇ ਨਜ਼ਰ ਆਉਂਦਾ ਹੋਣਾ। ਇਹ ਹਲਕਾ ਧੂੰਆਂ ਜਿਹਾ ਵੀ ਇਹਦੇ 'ਚੋਂ ਆਉਣ ਡਿਆ। ਫਰਿੱਜ ਦਾ ਜਿਹੜਾ ਹੁੰਦਾ ਠੰਡਕ ਦਾ ਅਹਿਸਾਸ ਤੁਹਾਨੂੰ ਆ ਰਿਹਾ ਹੋਣਾ, ਅਤੇ ਉਹ ਬਸ ਇਹਦੇ ਵਿੱਚ ਅਸੀਂ ਪਾ ਦੇਣਾ। ਅਤੇ ਹੁਣ ਅਸੀਂ ਇਹਦੇ 'ਚ ਚਮਚ ਲਾ ਕੇ ਇਹਨੂੰ ਨਾ ਨਾਰਮਲ ਜਿਹੜੀ ਆ ਗਈ ਨਾ, ਮਤਲਬ ਸਮਝ ਲਓ ਲੋ ਟੂ ਮੀਡੀਅਮ, ਔਰ ਇਹਦੇ ਉੱਤੇ ਅਸੀਂ ਕਵਰ ਕਰਕੇ ਰੱਖ ਦੇਣਾ, ਅਤੇ 10 ਤੋਂ 15 ਮਿੰਟ ਤੱਕ। ਫਿਰ ਉਹ ਇਸ ਹਾਲਤ 'ਚ ਆ ਜਾਣਾ, ਮਤਲਬ ਇਹਨੇ ਪਿਆਜ਼ ਨੇ ਅਤੇ ਮਸਾਲਿਆਂ ਨੇ ਆਪਣਾ ਪਾਣੀ ਛੱਡ ਦੇਣਾ। ਅਤੇ ਹੁਣ ਇਸ ਟਾਈਮ ਨਾਲ ਤੁਸੀਂ ਫਿਰ ਇਹਨੂੰ ਨਾ ਆਂਚ ਤੇਜ਼ ਕਰਨੀ ਹੈ, ਕਿਉਂਕਿ ਚਿਕਨ ਹੁਣ ਗਲ ਗਿਆ। ਸਿਰਫ ਅਸੀਂ ਇਹਦਾ ਪਾਣੀ ਖੁਸ਼ ਕਰਨਾ ਹੈ। ਅਤੇ ਇਹ ਦੂਸਰੀ ਤਰਫ 'ਚ ਪਾਣੀ ਉਬਲ ਗਿਆ ਸੀ, ਅਸੀਂ ਉਹਦੇ 'ਚ ਪਾ ਦਿੱਤੇ ਨੇ ਚਾਵਲ। ਅਤੇ ਚਾਵਲ ਭਾਵੇਂ ਸੁਪਰ ਇਸਤੇਮਾਲ ਕਰੋ, ਸੇਲਾ ਜੋ ਤੁਸੀਂ ਖਾਂਦੇ ਹੋ। ਅਸੀਂ ਤਾਂ ਸੁਪਰ ਖਾਂਦੇ ਹਾਂ, ਅਤੇ ਬਸ ਉਹ ਅਸੀਂ ਪਾ ਲਏ ਨੇ। ਠੀਕ ਹੈ ਜੀ, ਨਮਕ ਅਸੀਂ ਪਹਿਲਾਂ ਪਾ ਦਿੱਤਾ। ਇਸ ਨਮਕ ਪਾਣੀ ਵਿੱਚ ਜ਼ਿਆਦਾ ਪਾਉਣਾ, ਕਿਉਂਕਿ ਇਹਦੇ ਵਿੱਚ ਹੀ ਚਾਵਲਾਂ ਦੇ ਵਿੱਚ ਜਿਹੜਾ ਨਮਕ ਦਾ ਟੇਸਟ ਆਉਣਾ ਉਹ ਇੰਨੀ ਪਾਣੀ ਦੀ ਵਜ੍ਹਾ 'ਤੇ ਇਹਦੇ ਵਿੱਚ ਹੀ ਆਉਣਾ। ਠੀਕ ਹੈ, ਅਤੇ ਬਸ ਜੀ ਚਾਵਲਾਂ ਨੂੰ ਹੁਣ ਪੱਕਣ ਦੇਣਾ। ਦੂਸਰੀ ਤਰਫ ਸਾਡਾ ਚਿਕਨ ਜਿਹੜਾ ਨਾ ਉਹ ਤਕਰੀਬਨ ਸਾਰਾ ਪਾਣੀ ਖੁਸ਼ ਕਰ ਲਿਆ। ਤੁਹਾਨੂੰ ਨਜ਼ਰ ਆਉਂਦਾ ਹੋਣਾ ਥੋੜ੍ਹਾ ਥੋੜ੍ਹਾ ਆਇਲ ਹੈ ਵੇ। ਬਸ ਇਹਨੂੰ ਤੁਸੀਂ 2-3 ਮਿੰਟ ਹੋਰ ਭੁੰਨੋਗੇ, ਅਤੇ ਤੁਹਾਡਾ ਜਿਹੜਾ ਨਾ ਜੀ ਚਿਕਨ ਟਿੱਕਾ ਮਸਾਲਾ ਬਿਰਯਾਨੀ ਵਾਲਾ ਉਹ ਤਿਆਰ ਹੋ ਜਾਏਗਾ। ਮੈਂ ਤੁਹਾਨੂੰ ਸਾਰਿਆਂ ਪਾਸੇ ਰੰਗ ਜਿਹੜੇ ਢੰਗ ਦੀਆਂ ਸ਼ਕਲਾਂ ਵਿਖਾਉਣ ਡਈ ਹਾਂ, ਅਤੇ ਬਸ ਤੁਸੀਂ ਇਹ ਵੇਖੋ ਇਹ ਕਿੰਨੇ ਮਜ਼ੇਦਾਰ ਅਤੇ ਜ਼ਬਰਦਸਤ ਜ਼ਾਇਕੇਦਾਰ ਹੈ ਸਾਡਾ ਚਿਕਨ ਤਿਆਰ ਹੋਣਾ। ਠੀਕ ਹੈ ਜੀ, ਅਤੇ ਇਹ ਵੇਖੋ ਹੁਣ ਸਾਡਾ ਜੀ ਚਾਵਲ ਵੀ ਉਬਲ ਗਏ ਨੇ। ਇਹਨਾਂ ਨੂੰ ਤੁਸੀਂ ਇੱਕ ਤਹਿ ਲਾਉਣੀ ਹੈ। ਬੇਸ਼ੱਕ ਤੁਸੀਂ ਆਇਲ ਅਗਰ ਥੱਲੇ ਵੀ ਥੋੜ੍ਹਾ ਜਿਹਾ ਲਾਉਣਾ ਚਾਹੁੰਦੇ ਹੋ ਦੇਗਚੇ 'ਚ ਉਹ ਲਾ ਦਿਓ, ਅਤੇ ਇੱਕ ਚਾਵਲਾਂ ਦੀ ਤਹਿ ਲਾਓ, ਅਤੇ ਉੱਤੇ ਇੱਕ ਚਿਕਨ ਦੇ ਮਸਾਲੇ ਦੀ ਤਹਿ ਲਾਓ। ਪੁਦੀਨਾ ਅਤੇ ਉਹ ਜਿਹੜਾ ਪਿਆਜ਼ ਅਤੇ ਲੈਮਨ ਦੇ ਸਲਾਈਸਿਸ ਜਿਹੜੇ ਨੇ, ਪਿਆਜ਼ ਇਹਦੇ ਵਿੱਚ ਨਾ ਅਸੀਂ ਕੱਚਾ ਵੀ ਇੱਕ ਪਿਆਜ਼ ਦੇ ਗੋਲ ਜਿਹੇ ਸਲਾਈਸਿਸ ਕੱਟ ਕੇ ਨਾ ਉਹ ਵੀ ਇਹਦੇ ਵਿੱਚ ਅਸੀਂ ਲਾਵਾਂਗੇ, ਅਤੇ ਉਸ ਪਿਆਜ਼ ਦਾ ਵੀ ਬੜਾ ਮਜ਼ੇਦਾਰ ਜਿਹਾ ਟੇਸਟ ਆਉਂਦਾ। ਜ਼ਰੂਰ ਟਰਾਈ ਕਰਕੇ ਅਤੇ ਵੇਖਿਓ। ਠੀਕ ਹੈ ਜੀ, ਹੁਣ ਅਸੀਂ ਦੂਸਰੇ ਚਾਵਲਾਂ ਦੀ ਤਹਿ ਲਾ ਰਹੇ ਹਾਂ, ਅਤੇ ਇਸ ਤਰ੍ਹਾਂ ਹੀ ਤੁਸੀਂ 2-3 ਤਹਿਵਾਂ ਜਿੰਨੀਆਂ ਤੁਹਾਡੇ ਚਾਵਲਾਂ ਦੇ ਅਤੇ ਚਿਕਨ ਦੇ ਹਿਸਾਬ ਨਾਲ ਹੋਣਗੀਆਂ, ਬਰਤਨ ਦੇ ਹਿਸਾਬ ਨਾਲ ਲਾ ਲੈਣੀਆਂ ਨੇ। ਅਤੇ ਇਹਨੂੰ ਹਲਕੀ ਅੱਗ 'ਤੇ ਤੁਸੀਂ 5 ਕੁ ਮਿੰਟ ਦਾ ਦਮ ਦੇਣਾ, ਅਤੇ ਤੁਹਾਡੀ ਮਜ਼ੇਦਾਰ ਜੀ ਚਿਕਨ ਬਿਰਯਾਨੀ ਤਿਆਰ ਹੋ ਜਾਣੀ ਹੈ। ਬੇਸ਼ੱਕ ਮਟਨ ਹੋਵੇ ਅਤੇ ਭਾਵੇਂ ਬੀਫ ਹੋਵੇ, ਪ੍ਰੋਸੀਜਰ ਇਹਦਾ ਸੇਮ ਹੈਗਾ ਸਾਰਾ। ਠੀਕ ਹੈ ਜੀ, ਇਹ ਹੁਣ ਅਸੀਂ ਵੇਖੋ ਜੀ ਇਸ ਤਰ੍ਹਾਂ ਦੇ ਤੁਸੀਂ ਗੋਲ ਪਿਆਜ਼ ਕੱਟਣੇ ਨੇ, ਲੱਛੇ ਜੀ ਇਹਨਾਂ ਨੂੰ ਚੱਕਰ ਚੜ੍ਹੇ ਨੇ। ਅਤੇ ਦੂਸਰਾ ਲੈਮਨ ਦੇ ਸਲਾਈਸਿਸ ਤੁਸੀਂ ਕੱਟ ਕੇ, ਅਤੇ ਥੋੜ੍ਹਾ ਜਿਹਾ ਪੁਦੀਨਾ ਮੇਰੇ ਕੋਲ ਇਸ ਟਾਈਮ ਨਹੀਂ ਸੀਗਾ, ਅਤੇ ਤੁਸੀਂ ਜੀ ਪੁਦੀਨਾ ਤੁਹਾਨੂੰ ਪਤਾ ਅੱਜ ਕੱਲ੍ਹ ਗਰਮੀ ਅਤੇ ਹਰ ਚੀਜ਼ ਮੁਰਝਾਈ ਪਈ ਹੈ, ਅਤੇ
ਬਾਹਰ ਜਾਣ 'ਤੇ ਤਾਂ ਬਿਲਕੁਲ ਦਿਲ ਨਹੀਂ ਕਰਦਾ ਦੁਪਹਿਰ ਦੇ ਟਾਈਮ। ਅਤੇ ਅਸੀਂ ਦੁਪਹਿਰ ਦੇ ਟਾਈਮ ਬਿਰਿਆਨੀ ਬਣਾਈ ਸੀ, ਅਤੇ ਬਸ ਜੋ ਜੋ ਅਵੇਲੇਬਲ ਸੀ ਅਸੀਂ ਉਹ ਪਾ ਕੇ ਨਾ ਅਤੇ ਅਸੀਂ ਬਿਰਿਆਨੀ ਬਣਾ ਲਈ ਅਤੇ ਬਹੁਤ ਮਜ਼ੇਦਾਰ ਬਣੀ। ਅਤੇ ਖਾਂਦਿਆਂ ਫਿਰ ਸਾਨੂੰ ਪਤਾ ਵੀ ਨਹੀਂ ਲੱਗਾ ਕਿੰਝ ਖਤਮ ਹੋ ਗਈ। ਇਹ ਜੀ ਇਹਦੀ ਫਾਈਨਲ ਲੁੱਕ ਹੈ। ਤੁਸੀਂ ਉੱਪਰ ਧਨੀਆ, ਸੁੱਕੀ ਮੇਥੀ ਜੋ ਵੀ ਪਾਉਣਾ ਚਾਹੋ ਉਹ ਸਾਰਾ ਕੁਛ ਪਾਓ। ਦੁੱਧ ਦੇ ਵਿੱਚ ਥੋੜ੍ਹਾ ਜਿਹਾ ਕਲਰ ਪਾਇਆ ਸੀ ਅਤੇ ਉਹਨੂੰ ਬਸ ਅਸੀਂ ਇੰਝ ਕਰ ਦਿੱਤਾ। ਅਤੇ ਇਹ ਦਮ ਜਦੋਂ ਖੁੱਲ੍ਹਿਆ ਸੀ ਅਤੇ ਚਾਵਲ ਅਸਾਂ ਮਿਕਸ ਕੀਤੇ, ਇਹ ਸਾਡਾ ਜੀ ਕਲਰ ਆਇਆ। ਅਤੇ ਵੇਖ ਲਓ ਅਸੀਂ ਇਹਨੂੰ ਬਿਲਕੁਲ ਪੀਲਾ ਜਿਹਾ ਰੰਗ ਨਹੀਂ ਦੇ ਦਿੱਤਾ, ਲੇਕਿਨ ਜਦੋਂ ਅਸਾਂ ਪਲੇਟ 'ਚ ਕੱਢੇ ਨੇ ਅਤੇ ਸਾਡੀ ਬਿਰਿਆਨੀ ਜੀ ਇਹ ਸੀ ਜ਼ਬਰਦਸਤ ਅਤੇ ਮਜ਼ੇਦਾਰ ਜੀ। ਅੱਲਾ ਤੁਹਾਨੂੰ ਸਾਨੀਆਂ ਅਤਾ ਕਰੇ, ਸਾਨੀਆਂ ਤਕਸੀਮ ਕਰਨ ਦਾ